A very good morning to all of you and welcome to your channel Insight Institute BP। ਆਪਾਂ ਚੈप्टर नंबर 3 ਕੈਮਿਸਟਰੀ ਦਾ 10th क्लास ਦਾ ਕਰਨ ਲੱਗੇ ਹਾਂ, ਜਿਹਦੇ ਫਸਟ 2 ਪਾਰਟ ਮੈਂ ਅਪਲੋਡ ਕੀਤੇ ਹੋਏ ਆ ਆਪਣੇ ਚੈਨਲ ਤੇ, ਤੁਸੀਂ ਉਹ ਦੇਖ ਸਕਦੇ ਹੋ। ਤੇ ਅੱਜ ਆਪਾਂ ਇਹਦਾ 3rd ਤੇ ਲਾਸਟ ਪਾਰਟ ਜਿਹੜਾ ਹੈਗਾ ਉਹ ਕਰਨਾ ਹੈ। ਜਿਹੜੇ ਟੌਪਿਕਸ ਰਹਿੰਦੇ ਆ ਅੱਜ ਆਪਾਂ ਕੰਪਲੀਟ ਕਰ ਦਿਆਂਗੇ। ਲਾਸਟ ਜਿਹੜਾ ਵੀਡੀਓ ਸੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ 1 to 10 ਐਟੋਮਿਕ ਨੰਬਰ ਲਰਨ ਕਰਨ ਲਈ ਇੱਕ ਨਿਮੋਨਿਕ ਲਾਈਨ, ਤੇ ਅੱਜ ਆਪਾਂ ਪਹਿਲਾਂ ਉਹਨੂੰ ਕਵਰ ਕਰਦੇ ਹਾਂ। 11 to 20 ਲਰਨ ਕਰਨ ਲਈ ਇੱਕ ਨਿਮੋਨਿਕ ਲਾਈਨ ਮੈਂ ਬਣਾਈ ਹੈ। ना मांग अल्लाह से पैप्सी सोडा कोला और काजू केक। ਇਹਦੇ ਵਿੱਚੋਂ ਆਪਾਂ Na सोडियम विच इज़ 11, Mg मैग्नीशियम 12, Al एल्यूमीनियम 13, Si सिलिकॉन 14, P फॉस्फोरस 15, S ते सल्फर 16, Cl is the symbol for chlorine 17, Ar is the symbol for argon 18, K is the symbol for potassium 19, Ca is the symbol for calcium 20। ਇਹਦੇ ਵਿੱਚੋਂ ਆਪਣੇ ਕੋਲ ਜਿਹਦਾ ਸੋਡੀਅਮ ਦਾ ਸਿੰਬਲ ਜਿਹੜਾ ਹੈਗਾ ਉਹ Na ਆ ਜਾਂ ਪੋਟਾਸ਼ੀਅਮ ਦਾ ਸਿੰਬਲ K ਆ, ਤਾਂ ਇਹ ਡਿਫਰੈਂਟ ਹੁੰਦੇ ਆ। ਕਈ ਵਾਰ ਬੱਚੇ ਪੋਟਾਸ਼ੀਅਮ ਲਿਖਣ ਨੂੰ ਕਹਿੰਦੇ ਆ ਤਾਂ ਉਹ P ਲਿਖ ਦਿੰਦੇ ਆ, ਤਾਂ ਵੀ ਹੈਵ ਟੂ ਰਿਮੈਂਬਰ ਕਿ ਜਿਹੜਾ ਫਾਸਫੋਰਸ ਆ ਉਹਦਾ ਸਿੰਬਲ P ਹੈ ਐਂਡ ਪੋਟਾਸ਼ੀਅਮ ਦਾ ਸਿੰਬਲ ਹੈਗਾ K। ਦੈਨ ਆਪਾਂ ਇਹਨਾਂ ਦੀ KLM ਦੇ ਵਿੱਚ ਡਿਸਟ੍ਰੀਬਿਊਸ਼ਨ ਵੀ ਕਰਦੇ ਹਾਂ। ਦਿਸ ਇਜ਼ 281, ਦਿਸ ਇਜ਼ 282, ਦਿਸ ਇਜ਼ 283, 284, 285, 286, 287, 288, 2881। in this N shell the last electron goes 2882। ਇਹ ਵਾਲੀ ਕਨਫੀਗਰੇਸ਼ਨ ਤੁਸੀਂ 9th ਕਲਾਸ 'ਚ ਕੀਤੀ ਹੋਈ ਆ, ਰਿਵਾਈਜ਼ ਵੀ ਕਰਨੀ ਆ ਕਿਉਂਕਿ ਆਪਾਂ ਚੈਪਟਰ ਨੰਬਰ 5 ਦੇ ਵਿੱਚ ਇਹਦੇ ਨਾਲ ਜਿਹੜੀਆਂ ਹੈਗੀਆਂ ਟਰਮਸ ਆ ਉਹ ਕਲੀਅਰ ਕਰਾਂਗੇ। ਉਹ ਆਪਾਂ ਸਾਰਾ ਕੁਝ ਚੈਪਟਰ ਨੰਬਰ 5 'ਚ ਕਰਾਂਗੇ। ਆਈ ਹੋਪ ਤੁਹਾਨੂੰ 20 ਤੱਕ ਐਟੋਮਿਕ ਨੰਬਰਸ ਲਰਨ ਕਰਨ ਦੇ ਵਿੱਚ ਈਜ਼ੀ ਰਹੇਗਾ ਇਹਨਾਂ ਨਿਮੋਨਿਕ ਲਾਈਨ ਦੇ ਨਾਲ। ਹੁਣ ਜਿਹੜੇ ਆਪਣੇ ਟੌਪਿਕਸ ਰਹਿੰਦੇ ਆ ਇਸ ਚੈਪਟਰ ਦੇ ਵਿੱਚ ਆਪਾਂ ਉਹਨਾਂ ਨੂੰ ਅੱਗੇ ਕਵਰ ਕਰਦੇ ਹਾਂ। ਨੈਕਸਟ ਟੌਪਿਕ ਦੇ ਲਈ ਆਪਾਂ ਜਿਹੜਾ ਸਟਾਰਟ ਕਰਨਾ ਹੈਗਾ ਉਹ ਹੈਗਾ ਕਿ ਜਦੋਂ ਮੈਟਲਸ ਰਿਐਕਟ ਕਰਦੀਆਂ ਆਕਸੀਜਨ ਦੇ ਨਾਲ ਤਾਂ ਕੀ ਹੈਪਨ ਹੁੰਦਾ। ਜਦੋਂ ਮੈਟਲ ਆਕਸੀਜਨ ਦੇ ਨਾਲ ਰਿਐਕਟ ਕਰੇਗੀ ਤਾਂ ਹਮੇਸ਼ਾ ਆਕਸਾਈਡ ਬਣਦਾ ਹੈ। ਕੋਈ ਵੀ ਚੀਜ਼ ਜਦੋਂ ਆਕਸੀਜਨ ਦੇ ਨਾਲ ਰਿਐਕਟ ਕਰਦੀ ਹੈ ਤਾਂ ਆਕਸਾਈਡ ਫਾਰਮ ਹੁੰਦਾ ਹੈ। ਜਿਵੇਂ ਆਪਣੇ ਕੋਲ ਹੈਗਾ ਸੋਡੀਅਮ ਆਕਸੀਜਨ ਦੇ ਨਾਲ ਰਿਐਕਟ ਕਰ ਰਿਹਾ, ਸੋਡੀਅਮ ਆਕਸਾਈਡ ਫਾਰਮ ਹੋ ਰਿਹਾ ਹੈਗਾ। ਸੇਮ ਵੇ ਅਗਰ ਮੈਗਨੀਸ਼ੀਅਮ ਆਕਸੀਜਨ ਦੇ ਨਾਲ ਰਿਐਕਟ ਕਰ ਰਹੀ ਆ, O2 ਇਜ਼ ਦਾ ਫਾਰਮੂਲਾ ਫॉर ਆਕਸੀਜਨ, ਤਾਂ ਮੈਗਨੀਸ਼ੀਅਮ ਆਕਸਾਈਡ ਫਾਰਮ ਹੋ MgO ਜਿਹੜੀ ਉਹ ਐਸਿਡ ਦੇ ਨਾਲ ਰਿਐਕਟ ਕਰਦੀ ਹੈ। ਤਾਂ ਸਾਡੇ ਕੋਲ ਕੀ ਹੈਪਨ ਹੁੰਦਾ ਹੈ, ਪਲੱਸ ਡਿਲੂਟ ਐਸਿਡ always form metal salt plus hydrogen gas। ਜਦੋਂ ਵੀ ਕੋਈ ਮੈਟਲ ਐਸਿਡ ਨਾਲ ਰਿਐਕਟ ਕਰਦੀ ਹੈ, ਇਹ ਆਪਣੇ ਚੈਪਟਰ 1 ਤੇ 2 ਦੇ ਵਿੱਚ ਵੀ ਕੁਐਸਚਨ ਆਇਆ ਹੋਇਆ ਹੈਗਾ ਕਿ ਵਿਚ ਗੈਸ ਇਜ਼ ਪ੍ਰੋਡਿਊਸਡ ਵੈਨ ਅ ਮੈਟਲ ਰਿਐਕਟਸ ਵਿਦ ਅ ਐਸਿਡ, ਤਾਂ ਆਪਣੇ ਕੋਲ ਹਾਈਡਰੋਜਨ ਗੈਸ ਲਿਬਰੇਟ ਹੁੰਦੀ ਆ। ਵੀ ਵਿਲ ਟੇਕ ਵਨ ਐਗਜ਼ਾਮਪਲ। ਆਪਣੇ ਕੋਲ ਮੈਟਲ ਆ, ਜਿੱਦਾਂ ਕੋਈ ਵੀ ਸੋਡੀਅਮ ਮੈਟਲ ਆ, ਉਹ ਰਿਐਕਟ ਕਰ ਰਹੀ ਹੈ HCl ਦੇ ਨਾਲ, ਹਾਈਡਰੋਕਲੋਰਿਕ ਐਸਿਡ, NaCl ਫਾਰਮ ਹੁੰਦਾ, ਪਲੱਸ ਇਹਦੇ ਨਾਲ ਜਿਹੜੀ ਹਾਈਡਰੋਜਨ ਗੈਸ ਆ ਉਹ ਰਿਲੀਜ਼ ਹੁੰਦੀ ਹੈ। ਐਂਡ ਮੈਂ ਆਪਾਂ 2 ਐਡ ਕਰਕੇ ਇਸ ਰਿਐਕਸ਼ਨ ਨੂੰ ਬੈਲੈਂਸ ਕਰ ਦਿੱਤਾ। ਹੁਣ ਹਾਈਡਰੋਜਨ ਗੈਸ ਰਿਲੀਜ਼ ਹੋਗੀ, ਹਾਊ ਕੈਨ ਯੂ ਟੈਸਟ ਦਾ ਪ੍ਰੈਜ਼ੈਂਸ ਆਫ ਹਾਈਡਰੋਜਨ ਗੈਸ। ਬਹੁਤ ਇੰਪੋਰਟੈਂਟ ਕੁਐਸਚਨ ਆ, CBSE ਦੇ ਐਗਜ਼ਾਮ ਦੇ ਵਿੱਚ ਆਉਂਦਾ ਹੈ। ਟੈਸਟ ਆਫ ਹਾਈਡਰੋਜਨ ਕੀ ਹੈ? ਟੈਸਟ ਇਹ ਹੈ कि when you bring a burning splinter near the
ਮਾਊਥ ਆਫ ਟੈਸਟ ਟਿਊਬ ਜਦੋਂ ਵੀ ਤੁਸੀਂ ਕੋਈ ਮੈਚ ਸਟਿਕ ਮਾਚਿਸ ਦੀ ਤੀਲੀ ਜਾਂ ਕੈਂਡਲ ਜਗਾ ਕੇ ਟੈਸਟ ਟਿਊਬ ਦੇ ਨੇੜੇ ਲੈ ਕੇ ਆਉਂਦੇ ਹੋ ਤਾਂ ਇੱਕ ਪੌਪ ਸਾਊਂਡ ਪ੍ਰੋਡਿਊਸ ਹੁੰਦੀ ਹੈ ਠੀਕ ਹੈ ਇਫ ਪੌਪ ਸਾਊਂਡ ਇਜ਼ देयर ਤਾਂ ਆਪਾਂ ਕਨਫਰਮ ਹੋ ਜਾਂਦੇ ਆ ਕਿ ਹਾਈਡਰੋਜਨ ਗੈਸ ਹੀ ਹੈ ਜਿਹੜੀ ਉਹ ਲਿਬਰੇਟ ਹੋਈ ਆ ਨੈਕਸਟ ਟੌਪਿਕ ਆਪਣੇ ਕੋਲ ਹੈ ਕਿ ਅਗਰ ਮੈਟਲ ਵਾਟਰ ਨਾਲ ਰਿਐਕਟ ਕਰਦੀ ਹੈ ਤਾਂ ਕੀ ਫਾਰਮ ਹੁੰਦਾ ਹੈਗਾ ਅਗਰ ਮੈਟਲ ਵਾਟਰ ਨਾਲ ਰਿਐਕਟ ਕਰਦੀ ਹੈ ਦੈਨ ਸਾਡੇ ਕੋਲ ਮੈਟਲ ਹਾਈਡਰੋਕਸਾਈਡ ਫਾਰਮ ਹੋਏਗਾ ਤੇ ਚੈਪਟਰ ਨੰਬਰ 2 ਦੇ ਵਿੱਚ ਆਪਾਂ ਚੰਗੀ ਤਰ੍ਹਾਂ ਕੀਤਾ ਹੋਇਆ ਹੈ ਕਿ ਹਾਈਡਰੋਕਸਾਈਡ ਉਹ ਹੁੰਦਾ ਜਿਹਦੇ ਨਾਲ OH ਲੱਗਦਾ ਹੁਣ ਤੁਸੀਂ ਦੇਖੋ ਕਿ ਆਪਣੇ ਕੋਲ ਮੈਟਲ ਹੈ ਸੋਡੀਅਮ ਉਹਨੂੰ ਆਪਾਂ ਵਾਟਰ ਨਾਲ ਰਿਐਕਟ ਕਰਵਾਇਆ ਤਾਂ NaOH ਫਾਰਮ ਹੁੰਦਾ ਨਾਲ ਇਹਦੇ ਹਾਈਡਰੋਜਨ ਗੈਸ ਜਿਹੜੀ ਆ ਉਹ ਰਿਲੀਜ਼ ਹੋਏਗੀ ਠੀਕ ਹੈ ਜੀ we will balance this reaction metal hydroxide ਤੇ ਹਾਈਡਰੋਜਨ ਗੈਸ ਜਿਹੜੀ ਆ ਉਹ ਰਿਲੀਜ਼ ਹੁੰਦੀ ਹੈ ਠੀਕ ਹੈ ਜੀ ਇਹਦੇ ਨਾਲ ਕੁਝ ਜੋ ਇੰਪੋਰਟੈਂਟ ਰਿਐਕਸ਼ਨ ਸੀਗੀਆਂ ਆਪਣੀਆਂ ਮੈਟਲ ਦੀਆਂ ਉਹ ਕੰਪਲੀਟ ਹੋ ਗਈਆਂ ਆਪਾਂ ਇੱਕ ਵਾਰ ਰਿਵਾਈਜ਼ ਕਰ ਲੈਂਦੇ ਆ ਕਿ ਮੈਟਲ ਅਗਰ ਆਕਸੀਜਨ ਨਾਲ ਰਿਐਕਟ ਕਰਦੀ ਹੈ ਮੈਟਲ ਆਕਸਾਈਡ ਫਾਰਮ ਹੁੰਦਾ ਅਗਰ ਐਸਿਡ ਨਾਲ ਰਿਐਕਟ ਕਰਦੀ ਹੈ ਤਾਂ ਸਾਲਟ ਤੇ ਹਾਈਡਰੋਜਨ ਗੈਸ ਰਿਲੀਜ਼ ਹੁੰਦੇ ਆ ਤੇ ਅਗਰ ਵਾਟਰ ਨਾਲ ਰਿਐਕਟ ਕਰਦੀ ਆ ਤਾਂ ਹਾਈਡਰੋਕਸਾਈਡ ਤੇ ਹਾਈਡਰੋਜਨ ਗੈਸ ਰਿਲੀਜ਼ ਹੁੰਦੀ ਹੈ ਨੈਕਸਟ ਜਿਹੜਾ ਆਪਣੇ ਕੋਲ ਟੌਪਿਕ ਹੈ ਉਹ ਹੈਗਾ ਕਿ ਅਕਰੈਂਸ ਆਫ ਮੈਟਲਸ ਕਿ ਮੈਟਲਸ ਜਿਹੜੀਆਂ ਸਾਨੂੰ ਉਹ ਕਿੱਥੇ ਮਿਲਦੀਆਂ ਹੈਗੀਆਂ ਅਕਰ ਕਿੱਥੇ ਕਰਦੀਆਂ ਆਪਾਂ ਨੂੰ ਪਤਾ ਜ਼ਿਆਦਾਤਰ ਮੈਟਲਸ ਜਿਹੜੀਆਂ ਹੈਗੀਆਂ ਉਹ ਅਰਥ ਦੀ ਕਰਸਟ ਦੇ ਵਿੱਚ ਪਾਈਆਂ ਜਾਂਦੀਆਂ ਧਰਤੀ ਦੇ ਅੰਦਰ ਪਾਈਆਂ ਜਾਂਦੀਆਂ ਹੈਗੀਆਂ ਤਾਂ ਉਹਦੇ ਲਈ ਸਾਡੇ ਕੋਲ ਦੋ ਇੰਪੋਰਟੈਂਟ ਟਰਮਸ ਆ ਮਿਨਰਲ ਤੇ ਔਰ ਮਿਨਰਲ ਕੋਈ ਵੀ ਮੈਟਲ ਆ ਜਿਹਦੇ ਵਿੱਚ ਕਲੇ ਜਾਂ ਸੈਂਡ ਦੇ ਪਾਰਟੀਕਲਸ ਆ ਇੰਪਿਉਰਿਟੀਜ਼ ਆ ਅਸੀਂ ਉਹਨੂੰ ਖੁਦਾਈ ਕਰਕੇ ਮਾਈਨਿੰਗ ਕਰਕੇ ਧਰਤੀ ਚੋਂ ਕੱਢਿਆ ਤਾਂ ਉਹਨੂੰ ਅਸੀਂ ਮਿਨਰਲ ਕਹਿੰਦੇ ਆ the metal along with its impurities that is mined from the earth's crust ਉਹਨੂੰ ਅਸੀਂ ਮਿਨਰਲ ਕਹਿੰਦੇ ਆ ਜੋ ਅਸੀਂ ਧਰਤੀ ਤੋਂ ਐਜ਼ ਇਟ ਇਜ਼ ਉਸ ਚੀਜ਼ ਨੂੰ ਪ੍ਰਾਪਤ ਕੀਤਾ ਹੈਗਾ ਦੈਨ ਸਾਡੇ ਕੋਲ ਆ ਜਾਂਦਾ ਔਰ ਜਿਹੜੇ ਮਿਨਰਲ ਤੋਂ ਪ੍ਰੋਫਿਟੇਬਲੀ ਘੱਟ ਖਰਚਾ ਕਰਕੇ ਮੈਟਲ ਨੂੰ ਐਕਸਟ੍ਰੈਕਟ ਕੀਤਾ ਜਾ ਸਕੇ ਜ਼ਿਆਦਾ ਅਮਾਉਂਟ ਦੇ ਵਿੱਚ ਮੈਟਲ ਨੂੰ ਐਕਸਟ੍ਰੈਕਟ ਕੀਤਾ ਜਾ ਸਕੇ ਉਸ ਮਿਨਰਲ ਨੂੰ ਅਸੀਂ ਔਰ ਕਹਿੰਦੇ ਹਾਂ ਨੈਕਸਟ ਜਿਹੜਾ ਆਪਾਂ ਟੌਪਿਕ ਕਰਨਾ ਹੈਗਾ ਉਹ ਹੈਗਾ ਐਕਸਟ੍ਰੈਕਸ਼ਨ ਆਫ ਮੈਟਲਸ ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਅਸੀਂ ਧਰਤੀ ਦੇ ਵਿੱਚੋਂ ਮਾਈਨਿੰਗ ਕਰਕੇ ਮੈਟਲਸ ਨੂੰ ਐਕਸਟ੍ਰੈਕਟ ਕਰਦੇ ਹਾਂ ਤਾਂ ਉਹਦੇ ਵਿੱਚ ਕਾਫੀ ਇੰਪਿਉਰਿਟੀਜ਼ ਹੁੰਦੀਆਂ ਆਪਾਂ ਉਹਨਾਂ ਇੰਪਿਉਰਿਟੀਜ਼ ਨੂੰ ਰਿਮੂਵ ਕਰਨਾ ਹੁੰਦਾ ਤਾਂ ਕਿ ਮੈਟਲ ਦਾ ਬੈਟਰ ਯੂਜ਼ ਹੋ ਸਕੇ ਤਾਂ ਐਕਸਟ੍ਰੈਕਸ਼ਨ ਆਫ ਮੈਟਲਸ ਵਾਲਾ ਟੌਪਿਕ ਪੜ੍ਹਨ ਤੋਂ ਪਹਿਲਾਂ ਆਪਾਂ ਐਕਟੀਵਿਟੀ ਸੀਰੀਜ਼ ਬਾਰੇ ਪੜ੍ਹਨਾ ਹੈ ਇਹ ਇੱਕ ਸੀਰੀਜ਼ ਆ ਜਿਹਦੇ ਵਿੱਚ ਅਸੀਂ ਡਿਕਰੀਜ਼ਿੰਗ ਆਰਡਰ ਆਫ ਰਿਐਕਟਿਵਿਟੀ ਨੂੰ ਫੋਲੋ ਕੀਤਾ ਹੁੰਦਾ ਕਹਿਣ ਦਾ ਮਤਲਬ ਕਿ ਅਸੀਂ ਸਭ ਤੋਂ ਹਾਈਲੀ ਰਿਐਕਟਿਵ ਮੈਟਲ ਉੱਪਰ ਲਗਾਈ ਹੋਈ ਆ ਐਂਡ ਡਿਕਰੀਜ਼ਿੰਗ ਆਰਡਰ ਦੇ ਵਿੱਚ ਉਹਨਾਂ ਨੂੰ ਅਰੇਂਜ ਕੀਤਾ ਹੋਇਆ ਜਿਹੜੀ ਸੀਰੀਜ਼ ਸਾਡੇ ਕੋਲ ਬਣਦੀ ਆ ਉਹਨੂੰ ਰਿਐਕਟਿਵਿਟੀ ਸੀਰੀਜ਼ ਜਾਂ ਐਕਟੀਵਿਟੀ ਸੀਰੀਜ਼ ਕਹਿੰਦੇ ਆ ਰਿਐਕਟਿਵਿਟੀ ਦੇ ਅਕੋਰਡਿੰਗ ਹੀ ਅਸੀਂ ਮੈਟਲਸ ਨੂੰ ਐਕਸਟ੍ਰੈਕਟ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਲੋ ਰਿਐਕਟਿਵਿਟੀ ਵਾਲੀਆਂ ਮੈਟਲਸ ਦੀ ਜਿਹੜੀਆਂ ਮੈਟਲਸ ਘੱਟ ਰਿਐਕਟਿਵ ਹੁੰਦੀਆਂ ਉਹ ਆਕਸੀਜਨ ਜਾਂ 에ਅਰ ਨਾਲ ਰਿਐਕਟ ਨਹੀਂ ਕਰਦੀਆਂ ਉਹ ਫ੍ਰੀ ਸਟੇਟ ਦੇ ਵਿੱਚ ਹੀ ਸਾਨੂੰ ਮਿਲਦੀਆਂ ਨੇਚਰ ਦੇ ਵਿੱਚ ਇਸ ਬੇਸ ਤੇ ਤੁਹਾਨੂੰ ਤਿੰਨ ਜਿਹੜੇ 1 ਮਾਰਕ ਦੇ ਕੁਐਸਚਨ ਆ ਸਕਦੇ ਆ ਮੈਂ ਉਹ ਕਲੀਅਰ ਕਰਨਾ ਚਾਹੁੰਦੀ ਆ ਫਸਟ ਕੁਐਸਚਨ ਆ ਸਕਦਾ ਕਿ ਵਿਚ ਮੈਟਲਸ ਅਕਰ ਇਨ ਫ੍ਰੀ ਸਟੇਟ ਇਨ ਨੇਚਰ ਤਾਂ 골ਡ ਤੇ ਪਲੈਟੀਨਮ ਜਿਹੜੀ ਹੈ ਇਹਨਾਂ ਦੀ ਰਿਐਕਟਿਵਿਟੀ ਬਹੁਤ ਘੱਟ ਹੁੰਦੀ ਹੈ ਦੈਟਸ ਵਾਈ ਦੇ ਅਕਰ ਇਨ ਫ੍ਰੀ ਸਟੇਟ ਇਨ ਨੇਚਰ ਇੱਕ ਇਹਦੇ ਚੋਂ ਕੁਐਸਚਨ ਬਣ ਸਕਦਾ ਹੈਗਾ ਕਿ ਵਿਚ ਮੈਟਲਸ ਡੂ ਨਾਟ ਕਰੋਡ ਈਜ਼ੀਲੀ ਕਿਹੜੀਆਂ ਮੈਟਲਸ ਦੀ ਈਜ਼ੀਲੀ ਕਰੋਜ਼ਨ ਨਹੀਂ ਹੁੰਦੀ ਉਹਨਾਂ ਦਾ ਜਿਹੜਾ ਉੱਪਰਲਾ ਸਰਫੇਸ ਆ ਉਹ এনवायरमेंट ਦੇ ਵਿੱਚ ਜਿਹੜਾ 에ਅਰ ਤੇ ਮੋਇਸਚਰ ਆ ਉਹਦੇ ਨਾਲ ਰਿਐਕਟ ਕਰਕੇ ਜਲਦੀ ਖਰਾਬ ਨਹੀਂ ਹੁੰਦਾ ਉਹ ਹੈਗਾ 골ਡ ਤੇ ਪਲੈਟੀਨਮ ਤੁਸੀਂ ਦੇਖਿਆ ਹੋਣਾ ਕਿ ਜਿਹੜੇ 골ਡ ਦੇ ਆਪਣੇ ornaments ਹੁੰਦੇ ਆ ਗਹਿਣੇ ਹੁੰਦੇ ਆ ਸੋਨੇ ਦੇ ਉਹ ਕਿੰਨਾ ਟਾਈਮ ਵੀਅਰ ਕਰਦੇ ਆ ਦਾਦੀਆਂ ਪੜਦਾਦੀਆਂ ਦੇ ਜਿਹੜੇ ਗਹਿਣੇ ਆ ਉਹ ਵੀ ਉਦਾਂ ਹੀ ਚਲੇ ਜਾਂਦੇ ਆ ਤੇ ਉਹ ਖਰਾਬ ਨਹੀਂ ਹੁੰਦੇ ਇਹੀ ਰੀਜ਼ਨ ਆ ਕਿ ਆਪਾਂ ਜਿਊਲਰੀ ਬਣਾਉਣ ਦੇ ਲਈ ਇਹਨਾਂ ਨੂੰ ਯੂਜ਼ ਕਰਦੇ ਆ ਥਰਡ ਜਿਹੜਾ ਕੁਐਸਚਨ ਹੈਗਾ ਕਿ ਵਿਚ ਇਜ਼ ਦਾ ਮੋਸਟ ਡਕਟਾਈਲ ਮੈਟਲ ਤਾਂ ਮੋਸਟ ਡਕਟਾਈਲ ਮੈਟਲ ਇਹਦੇ ਵਿੱਚੋਂ 골ਡ ਆ ਨੈਕਸਟ ਆਪਣੇ ਕੋਲ ਆ ਜਾਂਦੇ ਆ ਕਾਪਰ ਤੇ ਮਰਕਰੀ ਨੂੰ ਆਪਾਂ ਆਈਸੋਲੇਟ ਕਰਨ ਦੇ ਲਈ ਪਹਿਲਾਂ ਤਾਂ ਆਕਸੀਜਨ ਦੇ ਨਾਲ ਉਹਨਾਂ ਦੀ ਆਕਸੀਡੇਸ਼ਨ ਕਰਦੇ ਆ ਜਿਹਦੇ ਤੋਂ ਉਹ ਆਕਸਾਈਡ ਦੇ ਵਿੱਚ ਕਨਵਰਟ ਹੋ ਜਾਂਦੇ ਆ ਸਲਫਾਈਡ ਤੋਂ
दैन आपां की करते हैं, इस ऑक्साइड नूं आपां कन्वर्ट कर लेने आ मरकरी दे विच। ऑक्सीजन जिहड़ी आ वो अलग हो जाती है ते मरकरी जिहड़ी आ अलग हो जाती है। तो मरकरी ते कॉपर लई असीं ये मैथड यूज़ करते हैं। फिर असीं इस तो बाद गल करते हैं कि जिहड़ियां मैटल्स मिड दे विच आउंदियां एक्टिविटी सीरीज़ दे, उन्हां नूं असीं किवें सैपरेट आउट कर सकते हैं। जिहड़ियां मिड विच मैटल्स हुंदियां हैगियां तो वो जनरली सानू सल्फाइड ते कार्बोनेट की फॉर्म विच मिलदियां हैगियां। ते सल्फाइड ते कार्बोनेट तो आपां नूं डायरैक्टली जिहड़ा एक्सट्रैक्ट करना मैटल नूं डिफिकल्ट हुंदा। सो आपां पहलां इहनूं ऑक्साइड फॉर्म दे विच कन्वर्ट कर लैंदे आ एंड दैन उहदे तो मैटल नूं एक्सट्रैक्ट करना ईजी हो जाता, जिवें आपां मरकरी दे केस दे विच कीता सी। तां इहदे लई साडे कोल दो मैथड्स हुंदे आ, जिन्हां नूं आपां कहने आ कैल्सीनेशन ते रोस्टिंग। कैल्सीनेशन का मतलब हुंदा है मैटल नूं हीट करना इन द एबसेंस ऑफ एयर। आप मैटल नूं हीट कर रहे हैं इन द एबसेंस ऑफ एयर। ते रोस्टिंग दे विच आपां यूज़ करते हैं एक्सैस ऑफ एयर। ये भी काफ़ी इंपॉर्टेंट क्वेश्चन है, व्हाट इज़ कैल्सीनेशन एंड रोस्टिंग। तो ये आपां ध्यान दे नाल करना हैगा कि कैल्सीनेशन जिहड़ी आ एबसेंस ऑफ एयर दे विच कीती जांदी है ते जिहड़ी रोस्टिंग आ वो प्रेजेंस ऑफ एयर दे विच कीती जांदी है। आपां की करते हैं कि जिद्दां अपने कोल कार्बोनेट आ जिंक का, जिंक कार्बोनेट नूं हीट करते हैं तो जिंक ऑक्साइड ते नाल कार्बन डाइऑक्साइड जिहड़ी आ रिलीज़ हो जाती है। हुण इस जिंक ऑक्साइड तो जिंक मैटल नूं एक्सट्रैक्ट करना साडे लई काफ़ी ईजी हो जाता हैगा। सिंपल असी ऑक्सीजन रिमूव करके रिडक्शन करके इनू जिंक इहदे तो ऑबटेन कर सकते हैं। हुण मैं रिडक्शन वर्ड यूज़ किया है, आपां चैप्टर नंबर 1 दे विच कीता सी। रिडक्शन कैन बी डिफाइंड एज द रिमूवल ऑफ ऑक्सीजन और एडिशन ऑफ हाइड्रोजन। तो हुण अपने कोल रिडक्शन दे लई आपां की करांगे, दिस इज़ द नैक्सट टर्म। रिडक्शन लई असीं जिंक ऑक्साइड नूं हीट करांगे कार्बन दे नाल, तो साडे कोले जिंक कल्ला रह जाएगा, कार्बन मोनोऑक्साइड जिहड़ी वो ऑबटेन हो जाएगी। हुण तुसीं देखो कि ऑक्सीजन का इधर चला गया, रिमूव हो गया जिंक ऑक्साइड तो जिंक कल्ला रह गया। ऑक्सीजन की रिमूवल करके ही असी इस प्रोसैस नूं रिडक्शन कहने आ या स्मैल्टिंग कहने आ। इहदे नाल ही अपने इस चैप्टर के जिहड़े टॉपिक्स आ वो कंप्लीट हो गए आ। तो आई होप कि मैं तुहानूं सारे क्वेश्चनस जिहड़े वो क्लीयर कर दिते आ। बट फिर भी जे तुहानूं कोई डाउट लगा तो तुसीं मैनूं कॉमेंट करके दस्सिओ, आपां इहदा लाइव सैशन कर देंगे जिहदे विच तुसीं अपने डाउट्स क्लीयर कर सकते हो। तो जे तुहानूं कॉन्सैप्ट्स की अंडरस्टैंडिंग ईजीली हो रही है, तुहानूं इस चीज़ का बैनीफिट लग रहा है, तो प्लीज़ साडे चैनल नूं लाइक शेयर ते सबसक्राइब जरूर करो। थैंक यू वेरी मच, बाय बाय।